ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿੰਨਾਂ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਗਿਆਨੀ ਰਣਜੀਤ ਸਿੰਘ ਹੁਣਾਂ ਨੇ ਤੁਰਕੀ ਬਾਣੀ ਦਾ ਪਵਿੱਤਰ ਫੁਰਮਾਨ ਆਪ ਸੰਗਤ ਨੂੰ ਸਰਵਣ ਕਰਵਾਇਆ ਹੈ। ਆਓ ਉਸ ਅਗੰਮੀ ਬਾਣੀ ਦੀ ਵਿਚਾਰ ਦੇ ਨਾਲ ਜੁੜ ਕੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰਾ ਏਕ ਅਚੰਭਉ ਦੇਖਿਓ, ਹੀਰਾ ਹਾਟ ਬਿਕਾਏ, ਬੰਜਨ ਹਾਰੇ ਬਾਹਰਾ, ਕੌਡੀ ਬਦਲੇ ਜਾਏ। ਭਗਤ ਕਬੀਰ ਜੀ ਦਾ ਇਹ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1372 ਅੰਗ ਉੱਪਰ ਦਰਜ ਹੈ। ਇੱਥੇ ਜਿਹੜੇ ਅਲਫਾਜ਼ ਕਬੀਰ ਜੀ ਨੇ ਵਰਤੇ ਨੇ, ਅਚੰਭਉ, ਕੋਈ ਅਸੰਭਵ ਜਿਹੀ ਘਟਨਾ ਹੋਣੀ, ਹੈਰਾਨ ਕਰਨ ਵਾਲੀ ਘਟਨਾ ਹੋਣੀ, ਔਰ ਉਸ ਘਟਨਾ ਦਾ ਹੋ ਜਾਣਾ। ਅੱਗੇ ਹੀਰਾ ਲਫ਼ਜ਼ ਵਰਤਦੇ ਨੇ, ਅਮੋਲਕ ਰਤਨ ਜੋ ਹੈ, ਜਿਸ ਦੀ ਚਮਕ ਬੜੀ ਹੈ, ਮੁੱਲ ਬੜਾ ਹੈ, ਸ਼ੀਸ਼ੇ ਨੂੰ ਚੀਰਨ ਵਾਲਾ ਹੈ। ਹਾਟ ਕਹਿੰਦੇ ਨੇ ਹੱਟ ਨੂੰ, ਦੁਕਾਨ ਨੂੰ। ਵਿਕਾਏ ਦਾ ਮਤਲਬ ਹੈ ਵਿਕ ਜਾਣਾ। ਕਹਿੰਦੇ ਬੜਾ ਅਚੰਭਾ ਹੈ, ਬੜੀ ਹੈਰਾਨੀ ਦੀ ਗੱਲ ਹੈ, ਹੀਰਾ ਆਮ ਹੀ ਦੁਕਾਨਾਂ ਤੇ ਵਿਕ ਰਿਹਾ ਹੈ। ਹੁਣ ਇਹ ਆਪਾਂ ਵੀ ਜਾਣਦੇ ਹਾਂ, ਬੇਸ਼ਕੀਮਤੀ ਹੈ ਹੀਰਾ। ਸੁਨਿਆਰਿਆਂ ਦੇ ਪਾਸ, ਪਾਰਖੂਆਂ ਦੇ ਪਾਸ ਹੋਇਆ ਕਰਦਾ ਹੈ। ਉਹਦੀ ਕੀਮਤ ਜਾਣਦੇ ਨੇ, ਬੜਾ ਹਿਫਾਜ਼ਤ ਵਿੱਚ ਰੱਖਦੇ ਨੇ। ਕਿਤੇ ਆਮ ਦੁਕਾਨਾਂ 'ਤੇ ਜਾਂ ਮੰਡੀ ਵਿੱਚ ਥੋੜ੍ਹਾ ਹੀਰੇ ਵਿਕਦੇ ਨੇ। ਇਹਦਾ ਭਾਵ ਸਮਝਿਓ। ਪਹਿਲਾ ਪੱਖ ਤੇ ਇਹ ਹੈ, ਇਹ ਜਿਹੜਾ ਗਿਆਨ ਹੈ ਅਧਿਆਤਮਿਕਤਾ ਦਾ, ਇਹ ਹੀਰਾ ਹੈ ਜਿਹਦਾ ਕੋਈ ਮੁੱਲ ਨਹੀਂ ਹੈ। ਕਈ ਵਾਰ ਅਸੀਂ ਜਦੋਂ ਕੇਵਲ ਮਾਇਆ ਦੀ ਖਾਤਰ ਇਹ ਗਿਆਨ ਵੰਡਦੇ ਹਾਂ ਨਾ, ਜਾਂ ਪ੍ਰਚਾਰ ਕਰਦੇ ਹਾਂ, ਜੋ ਉਪਦੇਸ਼ ਸੁਣਦਾ ਹੈ ਉਹ ਅਨਅਧਿਕਾਰੀ ਹੁੰਦਾ ਹੈ। ਭਾਵ ਉਹਦੇ ਵਿੱਚ ਕੋਈ ਸ਼ਰਧਾ ਨਹੀਂ ਹੁੰਦੀ, ਭਾਵਨਾ ਨਹੀਂ ਹੁੰਦੀ। ਅਸਲ ਗਿਆਨ ਦਾ ਮੁੱਲ ਸ਼ਰਧਾ ਹੈ, ਭਾਵਨਾ ਹੈ।
ਤੇ ਜੇ ਕੇਵਲ ਮਾਇਆ ਦੀ ਖਾਤਰ ਗਿਆਨ ਅਸੀਂ ਵੰਡ ਰਹੇ ਹਾਂ, ਸਾਹਮਣੇ ਵਾਲਾ ਅਧਿਕਾਰੀ ਨਹੀਂ ਸੀ, ਭਾਵਨਾ ਨਹੀਂ ਸੀ ਉਹਦੇ ਵਿੱਚ, ਸ਼ਰਧਾ ਨਹੀਂ ਸੀ, ਤੇ ਇਹ ਇਉਂ ਹੈ ਵੀ ਜਿਵੇਂ ਉਹ ਹੀਰਾ ਸਬਜ਼ੀ ਮੰਡੀ 'ਚ ਹੀ ਵੇਚ ਦਿੱਤਾ ਹੋਵੇ ਅਸੀਂ, ਜਿੱਥੇ ਕੋਈ ਅਧਿਕਾਰੀ ਨਹੀਂ ਹੈ, ਜਿੱਥੇ ਕੋਈ ਖਰੀਦਣ ਦੇ ਕਾਬਲ ਹੀ ਨਹੀਂ ਹੈ, ਜਿੱਥੇ ਕੋਈ ਇਹਦੀ ਕੀਮਤ ਉਤਾਰ ਹੀ ਨਹੀਂ ਸਕਦਾ। ਸੋ ਗਿਆਨ ਦੀ ਕੀਮਤ ਭਾਵਨਾ ਹੈ, ਸ਼ਰਧਾ ਹੈ, ਪੈਸਾ ਨਹੀਂ। ਪਰ ਕਬੀਰ ਜੀ ਕਹਿੰਦੇ ਇਹ ਪੰਡਤ ਆਦਿਕ ਲੋਕ ਪੈਸੇ ਲੈ ਕੇ ਹੀ ਗਿਆਨ ਵੇਚ ਰਹੇ ਨੇ, ਇਹ ਦੇਖਦੇ ਹੀ ਨਹੀਂ ਸਾਹਮਣੇ ਵਾਲਾ ਅਧਿਕਾਰੀ ਹੈ ਵੀ ਜਾਂ ਅਨਅਧਿਕਾਰੀ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਬਨਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ। ਹੁਣ ਜਦੋਂ ਹੀਰੇ ਦੀ ਪਹਿਚਾਣ ਨਾ ਹੋਵੇ ਤੇ ਉਹ ਕੱਚ ਦੇ ਭਾਅ ਕੌਡੀਆਂ ਵਿੱਚ ਹੀ ਵਿਕ ਜਾਂਦਾ ਹੈ। ਜਦੋਂ ਅਸੀਂ ਗਿਆਨ ਪੈਸੇ ਲੈ ਕੇ ਵੇਚਦੇ ਹਾਂ, ਸ਼ਰਧਾ ਰੂਪੀ ਮੁੱਲ ਜਗਿਆਸੂ ਜੇ ਨਾ ਤਾਰੇ ਤੇ ਕਹਿੰਦੇ ਤੇ ਕੌਡੀਆਂ ਦੇ ਭਾਅ ਹੀ ਤੂੰ ਗਿਆਨ ਵੇਚ ਦਿੱਤਾ ਹੈ। ਬੰਜਨਹਾਰਾ ਵਪਾਰੀ ਨੂੰ ਕਿਹਾ ਜਾਂਦਾ ਹੈ। ਬਾਹਰਾ ਦਾ ਮਤਲਬ ਹੈ ਬਗੈਰ। ਜਿਹੜੀ ਕੌਡੀ ਹੈ ਨਾ, ਇਹ ਪੁਰਾਣੇ ਸਮੇਂ ਦੇ ਵਿੱਚ ਸਿੱਕਿਆਂ ਵਜੋਂ, ਮਾਇਆ ਵਜੋਂ ਪ੍ਰਚਲਿਤ ਸੀ ਕਈ ਦੇਸ਼ਾਂ ਦੇ ਵਿੱਚ। ਸਮੁੰਦਰ ਵਿੱਚ ਇੱਕ ਛੋਟਾ ਜਿਹਾ ਜੀਵ ਹੁੰਦਾ ਹੈ, ਇਹ ਉਹਦੇ ਰਹਿਣ ਦਾ ਘਰ ਹੁੰਦਾ ਹੈ, ਚੂਨੇ ਤੋਂ ਬਣੀ ਹੁੰਦੀ ਹੈ ਕੌਡੀ, ਔਰ ਤਕਰੀਬਨ 1 ਪੈਸੇ ਦੀਆਂ ਲਗਭਗ 64 ਦੇ ਕਰੀਬ ਕੌਡਾਂ ਹੁੰਦੀਆਂ ਸਨ। ਸੋ ਇਹ ਕਰੰਸੀ ਹੈ ਬੜੀ ਗਰੀਬੀ ਦਾਵੇ ਵਾਲੀ। ਹੁਣ ਮਹਾਰਾਜ ਕਬੀਰ ਜੀ ਇਹ ਸਮਝਾਉਂਦੇ ਨੇ, ਗਿਆਨ ਰੂਪੀ ਜਿਹੜਾ ਹੀਰਾ ਹੈ, ਅਸਲ ਵਪਾਰੀ ਤੋਂ ਬਿਨਾਂ, ਭਾਵਨਾ ਵਾਲੇ ਤੋਂ ਬਿਨਾਂ ਜੇ ਤੂੰ ਅਨਅਧਿਕਾਰੀ ਨੂੰ ਦੇ ਦੇਵੇਂਗਾ, ਇਹਦਾ ਅਸਲ ਮੁੱਲ ਜੋ ਭਾਵਨਾ ਹੈ, ਸ਼ਰਧਾ ਹੈ, ਉਹ ਤੈਨੂੰ ਪ੍ਰਾਪਤ ਨਹੀਂ ਹੋਵੇਗਾ। ਤੇ ਇਉਂ ਸਮਝ ਲਈ ਪੈਸੇ ਲਈ ਗਿਆਨ ਵੇਚਿਆ, ਇਹ ਕੌਡੀਆਂ ਦੇ ਭਾਅ ਇਹ ਹੀਰਾ ਚਲਿਆ ਗਿਆ। ਦੂਸਰਾ ਪੱਖ ਇਹਦਾ ਇਹ ਹੈ, ਇਹ ਜਿਹੜਾ ਸਰੀਰ ਹੈ ਨਾ, ਇਹ ਬੇਸ਼ਕੀਮਤੀ ਹੀਰਾ ਹੈ ਜਿਹਦਾ ਮੁੱਲ ਹੀ ਕੋਈ ਨਹੀਂ ਹੈ। ਅਸੀਂ ਕੌਡੀਆਂ ਇਕੱਠੀਆਂ ਕਰਨ ਵਿੱਚ ਹੀ ਗਲਤਾਨ ਕਰ ਲਿਆ, ਮੋਹ ਮਾਇਆ ਵਿੱਚ ਪਏ ਰਹੇ, ਵਿਕਾਰਾਂ ਦੇ ਵਿੱਚ ਹੀ ਗਲਤਾਨ ਕਰ ਲਿਆ। ਅਸਲ ਜੋ ਇਹਦਾ ਮੁੱਲ ਸੀ ਨਾ, ਉਹ ਸੀ ਪਰਮਾਤਮਾ ਦੀ ਪ੍ਰਾਪਤੀ ਕਰਨੀ, ਫਿਰ ਇਹ ਜੀਵਨ ਸਫਲਾ ਸੀ। ਹੁਣ ਕਹਿੰਦੇ ਕੌਡੀਆਂ ਦੇ ਭਾਅ ਹੀ ਚਲਿਆ ਗਿਆ, ਮਾਇਆ ਇਕੱਠੀ ਕਰਦਾ ਰਿਹਾ ਹੈ। ਬਾਣੀ ਦਾ ਫਰਮਾਨ ਹੈ, ਖਸਮ ਵਿਸਾਰ ਆਨ ਕੰਮ ਲਾਗੈ ਹੈ, ਕੌਡੀ ਬਦਲੇ ਰਤਨ ਤਿਆਗੈ ਹੈ। ਇਸ ਜਾਮੇ ਨਾਲ, ਇਸ ਸਰੀਰ ਦੇ ਨਾਲ ਜਿਹੜੇ ਪਰਮਾਤਮਾ ਨੂੰ ਕਮਾਉਣ ਦੀ ਜਗ੍ਹਾ ਉੱਤੇ ਹੋਰ ਪਦਾਰਥਾਂ ਨੂੰ ਕਮਾਉਣ ਵਿੱਚ ਲੱਗੇ ਰਹੇ, ਨਿਰੰਕਾਰ ਨੂੰ ਕਮਾਉਣ ਦੀ ਜਗ੍ਹਾ 'ਤੇ ਸੰਸਾਰ ਜਿਹੜੇ ਕਮਾਉਂਦੇ ਰਹੇ, ਇਉਂ ਸਮਝ ਲਓ ਉਹਨਾਂ ਹੀਰਾ ਛੱਡ ਦਿੱਤਾ, ਪਰਮਾਤਮਾ ਛੱਡ ਦਿੱਤਾ, ਮਾਇਆ ਕੱਚ ਦੇ ਵਪਾਰ ਵਿੱਚ ਹੀ ਜੀਵਨ ਬਤੀਤ ਕਰ ਲਿਆ। ਭਾਈ ਸਾਹਿਬ ਭਾਈ ਨੰਦ ਲਾਲ ਦੀਆਂ ਰੂਬਾਈਆਂ ਨੇ, ਉਹ ਮਹਾਂਪੁਰਸ਼ ਕਹਿੰਦੇ ਨੇ, ਕੋਰ ਅਸਤ ਹਰਾਂ ਦੀਦ ਹੈ ਕਿ ਹਕ ਰਾ ਨਾ ਸ਼ਨਾਖਤ, ਈ ਉਮਰੇ ਗਿਰਾ ਮਾਇਆ ਬਾ ਗਫਲਤ ਦਰਬਾਖਤ। ਉਹ ਗਿਰੀਆਂ ਕੁਨਾ ਆਮਦੋ ਬਾ ਹਸਰਤ ਮੁਰਦ, ਅਫਸੋਸ ਦਰੀ ਆਮਦੋ ਸ਼ੁੱਧ ਕਾਰੇ ਨਾ ਸਾਖਤ। ਉਸ ਰੁਬਾਈ ਵਿੱਚ ਮਹਾਂਪੁਰਸ਼ ਕਹਿੰਦੇ ਨੇ, ਉਹ ਸਭ ਅੱਖਾਂ
ਅੰਨੀਆਂ ਨੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਪਛਾਣਿਆ ਨਹੀਂ ਹੈ, ਜਿਨ੍ਹਾਂ ਨੇ ਸਾਰਾ ਜੀਵਨ ਇਹ ਨਦਰ ਮਾਇਆ ਤੇ ਹੀ ਲਾ ਛੱਡੀ। ਅਮੋਲਕ ਉਮਰ ਜਿਹੜੀ ਸੀ ਗਫਲਤ ਦੀ ਨੀਂਦੇ ਉਹ ਗਵਾ ਲਈ, ਲਾਪਰਵਾਹੀ ਵਿੱਚ ਲੰਘਾ ਦਿੱਤੀ। ਕਹਿੰਦੇ ਦੇਖ, ਰੋਂਦਾ ਦੁਨੀਆ ਤੇ ਆਇਆ ਸੀ, ਕਿਉਂਕਿ ਮਸਾਂ ਤੇ ਆਜ਼ਾਦ ਹੋਇਆ ਸੀ ਮਾਂ ਦੇ ਗਰਭ ਚੋਂ, 9-10 ਮਹੀਨੇ ਪੁੱਠਾ ਲੜਕਿਆ ਸੀ, ਆਜ਼ਾਦੀ ਮਿਲੀ ਸੀ, ਔਰ ਦੁਨੀਆ ਤੇ ਆ ਗਿਆ। ਔਰ ਸਾਰਾ ਜੀਵਨ ਮਾਇਆ ਇਕੱਠੀ ਕਰਨ ਵਿੱਚ ਲੱਗਾ ਰਿਹਾ। ਬੜੀਆਂ ਆਸਾਂ ਸਨ, ਅਫਸੋਸ ਵਿੱਚ ਹੀ ਜੀਵਨ ਲੰਘ ਗਿਆ, ਕਿਉਂਕਿ ਜਿੰਨੀਆਂ ਇਛਾਵਾਂ ਹੁੰਦੀਆਂ ਨੇ ਇਹ ਵੀ ਮਿਲ ਜਾਵੇ, ਉਹ ਵੀ ਪੂਰੀਆਂ ਤੇ ਹੁੰਦੀਆਂ ਨਹੀਂ। ਕਹਿੰਦੇ ਇੱਦਾਂ ਹੀ ਲੰਘ ਗਿਆ ਜੀਵਨ, ਅਫਸੋਸ ਵਿੱਚ ਕਹਿੰਦੇ ਮੋਇਆ। ਹੁਣ ਕਹਿੰਦੇ ਆਵਾਗਮਨ ਵਿੱਚ ਪੈ ਜਾਵੇਗਾ, ਕਿਉਂਕਿ ਪਰਲੋਕ ਦਾ ਸਾਥੀ ਜੋ ਗੁਰੂ ਪਰਮੇਸ਼ਰ ਸੀ ਉਹਦੇ ਨਾਲ ਯਾਰੀ ਪਾਈ ਨਹੀਂ। ਸਾਰਾ ਜੀਵਨ ਕੌਡੀਆਂ ਇਕੱਠੀਆਂ ਕਰਦਾ ਰਿਹਾ, ਮੋਹ ਮਾਇਆ ਵਿੱਚ ਫਸਿਆ ਰਿਹਾ, ਅਕਾਲ ਪੁਰਖ ਰੂਪੀ ਰਤਨ ਨੂੰ ਗਵਾ ਦਿੱਤਾ। ਉਹ ਜੋ ਕੰਮ ਆਉਣ ਵਾਲਾ ਸੀ ਉਹਨੂੰ ਭੁਲਾ ਦਿੱਤਾ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਅੰਧਕੂਪ ਮਹਿ ਪਤਤ ਬਿਕਰਾਲ, ਨਾਨਕ ਕਾਢ ਲੇਹੋ ਪ੍ਰਭ ਦਇਆਲ। ਮਹਾਰਾਜ ਕਹਿੰਦੇ ਨੇ ਦੇਖ, ਸ਼ਰਮ ਕਾਹਦੇ ਪਿੱਛੇ ਕੀਤਾ, ਮਿਹਨਤ ਕਿਹਦੇ ਪਿੱਛੇ ਕੀਤੀ? ਕਹਿੰਦੇ ਝੂਠ ਪਿੱਛੇ, ਮਾਇਆ ਪਿੱਛੇ, ਜੋ ਸਦਾ ਰਹਿਣੀ ਨਹੀਂ ਸੀ ਕੋਲ। ਤੇ ਜੋ ਰਹਿਣ ਵਾਲਾ ਸੀ, ਜਿਸਨੇ ਇਹ ਕਿਰਪਾ ਕੀਤੀ, ਇਹ ਜੀਵਨ ਦਿੱਤਾ, ਇਹ ਪਰਿਵਾਰ ਦਿੱਤਾ, ਸੁੱਖ ਸਹੂਲਤਾਂ ਦਿੱਤੀਆਂ, ਜੋ ਸਹਾਇਤਾ ਕਰਨ ਵਾਲਾ ਸੀ, ਤਿਸ ਪਰ ਹਰੈ, ਉਸ ਪਰਮਾਤਮਾ ਨੂੰ, ਹੀਰੇ ਨੂੰ ਪਰਾਂ ਸੁੱਟ ਦਿੱਤਾ। ਕੱਚ ਦੇ ਵਪਾਰ ਵਿੱਚ ਜੀਵਨ ਲੰਘ ਗਿਆ। ਐਸਾ ਮਾਇਆ ਦੇ ਖੂਹ ਵਿੱਚ ਡਿੱਗਿਆ ਹੈ। ਕਹਿੰਦੇ ਤਰਲਾ ਲਿਆ ਕਰ ਅਕਾਲ ਪੁਰਖ ਦਾ, ਗੁਰੂ ਨਾਨਕ ਦਾ, ਰੱਖ ਲੈ, ਬਚਾਉਣਾ ਕਰ, ਰੋਗਾਂ ਵਿੱਚ ਸੋਗਾਂ ਵਿੱਚ ਮਿਟ ਰਹੇ ਹਾਂ। ਤੇ ਜੇ ਉਹਦੀ ਕਿਰਪਾ ਹੋ ਜਾਵੇ, ਜਾਂ ਕਾ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਪਰਮਾਤਮਾ ਤੁਹਾਡੇ ਅੰਦਰ ਟਿਕਾ ਦੇਵੇਗਾ ਪੂਰਾ ਗੁਰੂ। ਜਿਨ੍ਹਾਂ ਅੰਦਰ ਪਰਮੇਸ਼ਵਰ ਟਿਕ ਗਿਆ, ਪਰਮਾਤਮਾ ਦਾ ਹੀ ਰੂਪ ਹੋ ਗਏ, ਸਹਿਜ ਵਿੱਚ ਚਲੇ ਗਏ, ਸ਼ਾਂਤੀ ਵਿੱਚ ਚਲੇ ਗਏ, ਗਿਆਨ ਵਿੱਚ ਚਲੇ ਗਏ, ਪਰਮੇਸ਼ਵਰ ਦਾ ਰੂਪ ਹੋ ਗਏ, ਆਵਾਗਮਨ ਮਿਟ ਗਿਆ। ਕਿਉਂਕਿ ਸੰਸਾਰ ਦਾ ਮੋਹ ਸੰਸਾਰ ਤੇ ਜੂਨਾਂ ਵਿੱਚ ਲੈ ਆਉਂਦਾ ਹੈ। ਅਕਾਲ ਪੁਰਖ ਦਾ, ਰਾਮ ਦਾ, ਨਿਰੰਕਾਰ ਦਾ ਮੋਹ ਉਹਦੇ ਚਰਨਾਂ ਵਿੱਚ ਨਿਵਾਸ ਦਿਵਾਉਂਦਾ ਹੈ। ਤੇ ਨਿਰੰਕਾਰ ਨਾਲ ਮੋਹ ਉਹਦਾ ਹੀ ਪਵੇਗਾ ਜਿਹੜਾ ਗੁਰੂ ਦੀ ਸ਼ਰਨ ਆਵੇਗਾ। ਤੇ ਜਿਸਨੇ ਪਰਮੇਸ਼ਵਰ ਪ੍ਰਾਪਤ ਕਰ ਲਿਆ, ਅਸਲ ਉਹਦਾ ਜੀਵਨ ਹੀਰੇ ਵਾਲਾ ਹੈ। ਬਾਕੀ ਤੇ ਆਪਾਂ ਸਾਰੇ ਕੌਡੀਆਂ ਦੇ ਭਾਈ ਜੀਵਨ ਨੂੰ ਗਵਾ ਰਹੇ ਹਾਂ। ਸੋ ਕਬੀਰ ਜੀ ਕਹਿੰਦੇ, ਜਿੱਥੇ ਅਧਿਕਾਰੀ ਹੋਵੇ ਨਾ, ਜਿੱਥੇ ਭਾਵਨਾ ਵਾਲਾ ਹੋਵੇ, ਉੱਥੇ ਗਿਆਨ ਦੀ ਗੱਲ ਕਰ, ਉੱਥੇ ਪ੍ਰਚਾਰ ਕਰ। ਜਿੱਥੇ ਅਧਿਕਾਰੀ ਨਹੀਂ ਹੈ, ਕੇਵਲ ਪੈਸੇ ਤੇ ਤੈਨੂੰ ਖਰੀਦ ਰਿਹਾ ਹੈ, ਕਹਿੰਦੇ ਜਾਈ ਗਵਾ ਰਿਹਾ ਕੌਡੀਆਂ ਦੇ ਭਾਅ ਤੂੰ। ਇਹ ਮਹਾਨ ਗਿਆਨ, ਇਹ ਬਾਣੀ ਦਾ ਗਿਆਨ। ਸੋ ਇਸ ਗਿਆਨ ਦੀ, ਬਾਣੀ ਦੀ, ਪ੍ਰਚਾਰ ਦੀ ਕੀਮਤ ਕੋਈ ਨਹੀਂ ਹੈ, ਨਾ ਕੋਈ ਤਾਰ ਹੀ ਸਕਦਾ ਹੈ। ਹਾਂ, ਜਗਿਆਸੂ ਹੈ, ਇਹਦੀ ਕੀਮਤ ਸ਼ਰਧਾ ਹੈ, ਭਾਵਨਾ ਹੈ। ਸੋ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ ਅਗਲਾ ਜੋ ਭਗਤ ਜੀ ਦਾ ਸ਼ਲੋਕ ਹੈ, ਉਹਦੇ ਰਾਹੀਂ ਫੁਰਮਾਨ ਕਰਦੇ ਹਨ, ਕਬੀਰਾ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ। ਇੱਥੇ ਗਿਆਨ ਲਫ਼ਜ਼ ਵਰਤਿਆ ਹੈ। ਗਿਆਨ ਦਾ ਭਾਵ ਹੈ ਬੋਧ, ਇਲਮ। ਇੱਕ ਦੁਨਿਆਵੀ ਗਿਆਨ ਹੈ ਜੋ ਸਕੂਲਾਂ ਕਾਲਜਾਂ 'ਚ ਤੂੰ ਪੜ੍ਹਦਾ ਹੈ, ਜੀਵਨ ਜਾਚ ਆ ਜਾਵੇ, ਰਹਿਣਾ ਸਹਿਣਾ ਆ ਜਾਵੇ, ਤੂੰ ਗਿਆਨ ਹਾਸਲ ਕਰ ਲਿਆ। ਇੱਕ ਬ੍ਰਹਮ ਦਾ ਗਿਆਨ ਹੈ, ਪਰਮੇਸ਼ਵਰ ਦਾ ਗਿਆਨ ਹੈ। ਅੱਗੇ ਲਫ਼ਜ਼ ਹੈ ਧਰਮ।
ਧਰੀ ਧਾਤੂ ਤੋਂ ਬਣਿਆ ਹੈ, ਭਾਵ ਸਹਾਰਾ। ਨੇਕੀ, ਫਰਜ਼, ਮਰਿਆਦਾ। ਹੁਣ ਹਰ ਧਰਮ ਦੇ ਕੁਝ ਨਾ ਕੁਝ ਸਿਧਾਂਤ ਹੁੰਦੇ ਨੇ, ਰਹਿਤਨਾਮੇ ਹੁੰਦੇ ਨੇ, ਜਿਹੜਾ ਉਹਨਾਂ ਦੇ ਅਨੁਸਾਰ ਜੀਵਨ ਬਤੀਤ ਕਰਦਾ ਹੈ, ਧਰਮੀ ਅਖਵਾਉਂਦਾ ਹੈ। ਸਿੱਖ ਜਗਤ ਦਾ ਜਿਹੜਾ ਸਿਧਾਂਤ ਹੈ ਉਹ ਇਹ ਹੈ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕਹਿੰਦੇ ਅਕਾਲ ਪੁਰਖ ਦਾ ਨਾਮ ਜਪ ਤੇ ਚੰਗੇ ਕਰਮ ਕਰਿਆ ਕਰ, ਕਿਸੇ ਦਾ ਹੱਕ ਨਾ ਮਾਰ, ਮੁਰਦਾਰ ਨਾ ਖਾ, ਕਿਸੇ ਦਾ ਦਿਲ ਨਾ ਦੁਖਾ, ਪਾਪ ਨਾ ਕਰ, ਸ਼ੁਭ ਕਰਮ ਕਰ। ਜਿਵੇਂ ਬਾਣੀ ਚਾਹੁੰਦਾ ਨਾ, ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ। ਕਹਿੰਦੇ ਜੇ ਪਾਪ ਕਮਾਉਣ ਨੂੰ ਮਨ ਕਰਦਾ ਹੈ ਤੇ ਢਿੱਲਾ ਪੈ ਜਾ, ਸਮਾਂ ਟਲ ਜਾਵੇ ਤੇ ਚੰਗਾ ਹੈ। ਤੇ ਜੇ ਪੁੰਨ ਕਮਾਉਣ ਨੂੰ ਚਿੱਤ ਕਰਦਾ ਹੈ, ਕਿਸੇ ਦੀ ਸਹਾਇਤਾ ਕਰਨ ਨੂੰ ਚਿੱਤ ਕਰਦਾ ਹੈ, ਚੰਗਾ ਕਰਮ ਕਰਨ ਨੂੰ ਚਿੱਤ ਕਰਦਾ ਹੈ, ਤੇ ਜਲਦੀ ਨਾਲ ਭਲਾ ਕਰਮ ਕਰ, ਨਾਮ ਨੂੰ ਦ੍ਰਿੜ ਰੱਖ, ਲੋਭ ਨੂੰ ਛੱਡਣਾ ਕਰ। ਅੱਛਾ, ਧਰਮ ਦਾ ਇਹ ਵੀ ਮਤਲਬ ਹੁੰਦਾ ਹੈ ਜੋ ਵਿਸ਼ੇਸ਼ ਗੁਣ ਹੋਵੇ ਕਿਸੇ ਵਿੱਚ। ਜਿਵੇਂ ਫੁੱਲਾਂ ਦਾ ਗੁਣ ਕੀ ਹੈ? ਕੋਮਲਤਾ। ਸਿੱਖ ਦਾ ਪਹਿਲਾ ਜਿਹੜਾ ਗੁਣ ਹੈ ਉਹ ਨਿਰਮਾਣਤਾ ਹੈ, ਕੋਮਲਤਾ ਹੈ, ਦਇਆ ਹੈ। ਧੌਲ ਧਰਮ ਦਇਆ ਕਾ ਪੂਤ। ਕਹਿੰਦੇ ਧਰਮ ਬਾਅਦ ਵਿੱਚ, ਪਹਿਲਾਂ ਮਾਂ ਹੈ ਦਇਆ, ਦਇਆ ਦਾ ਕਾਕਾ ਧਰਮ ਹੈ। ਜੇ ਤੇਰੇ 'ਚ ਦਇਆ ਹੈ ਨਹੀਂ ਤੇ ਤੂੰ ਧਰਮੀ ਨਹੀਂ ਹੈ। ਬਹਾਦਰ ਸ਼ਾਹ ਜ਼ਫਰ ਬੜਾ ਵੱਡਾ ਸ਼ਾਇਰ ਹੋਇਆ ਹੈ। ਉਹ ਕਹਿੰਦਾ ਹੈ, ਉनको इंसान मत समझ हो सरकशी जिसमें जफर, खाक सारी के लिए है खाक से इंसान बना। कहंदा जेड़े सरकशी ने ना, विद्रोह करन वाले, बगावत करन वाले, जुल्म करन वाले, कहंदा वो इंसान थोड़ी ने। ਇਨਸਾਨ ਖਾਕ ਤੋਂ ਬਣਿਆ ਹੈ, ਤੇ ਬਣਿਆ ਕਾਹਦੇ ਲਈ ਹੈ? ਖਾਕ ਸਾਰੀ ਦੇ ਲਈ, ਭਾਵ ਵਿਨਮਰਤਾ ਦੇ ਲਈ, ਨਿਰਮਾਣਤਾ ਦੇ ਲਈ। ਧੂਲ ਨੀਵੀਂ ਰਹਿੰਦੀ ਹੈ, ਨੀਵਾਂ ਹੋ ਕੇ ਰਹਿ, ਦਇਆ ਦਾ ਧਾਰਨੀ ਬਣ ਕੇ ਰਹਿ। ਤੈਨੂੰ ਮਿੱਟੀ ਤੋਂ ਬਣਾਇਆ ਹੈ, ਮਿੱਟੀ ਬਣ ਕੇ ਰਹਿ। ਇਹ ਵੀ ਧਰਮ ਹੈ ਇਨਸਾਨੀਅਤ ਦਾ, ਦਇਆ ਵਿੱਚ ਰਹਿਣਾ। ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੈ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਇਹ ਦਇਆ ਚੋਂ ਹੀ ਤੇ ਆ ਲੰਗਰ ਚੱਲ ਰਹੇ ਨੇ ਸਿੱਖਾਂ ਦੇ। ਲੋਕ ਮਰ ਰਹੇ ਨੇ ਕੋਵਿਡ ਦੀ ਮਾਰ, ਆਕਸੀਜਨ ਦੀ ਕਮੀ ਆ ਗਈ, ਖਾਸ ਕਰ ਦਿੱਲੀ ਦੇ ਵਿੱਚ, ਤੇ ਇਹ ਬੜਾ ਜ਼ੋਰ ਫੜਿਆ ਇਸ ਰੋਗ ਨੇ। ਔਰ ਸਿੱਖਾਂ ਵਿੱਚ ਦਇਆ ਹੈ, ਇਸੇ ਕਰਕੇ ਆਕਸੀਜਨ ਦੇ ਸਿਲੰਡਰ ਵੰਡੀ ਗਏ। ਬਹੁਤੇ ਲੋਕ ਜਿਹੜੇ ਸਨ ਉਹਨਾਂ ਇਸ ਰੋਗ ਵਿੱਚ ਵੀ ਵਪਾਰ ਕੀਤਾ ਹੈ। 2-4 ਹਜ਼ਾਰ ਦਾ ਸਿਲੰਡਰ 25-30 ਹਜ਼ਾਰ ਨੂੰ ਵੇਚਿਆ। ਆਕਸੀਜਨ ਕੌਨਸਨਟਰੇਟਰ ਜੋ ਐਕਸਟਰੈਕਟ ਕਰਦੇ ਨੇ ਆਕਸੀਜਨ, 50,000 ਦਾ ਸੀ, 1.5 ਲੱਖ ਦਾ ਲੋਕ ਵੇਚ ਰਹੇ ਨੇ। ਉਹ 500-700 ਵਾਲਾ ਇੰਜੈਕਸ਼ਨ 70-70 ਹਜ਼ਾਰ ਦਾ ਵਿਕ ਰਿਹਾ ਹੈ। ਇਹ ਸਿੱਖ ਨਹੀਂ ਇਹ ਕਰਮ ਕਰਦੇ, ਸਿੱਖ ਦਇਆਲੂ ਨੇ। ਇਹ ਜਿਹੜੇ ਲੋਕ ਇਹ ਕਰਮ ਕਰ ਰਹੇ ਨੇ, ਰੱਬ ਦਾ ਵਾਸਤਾ ਜੇ ਧਰਮੀ ਹੋਣ ਦਾ ਦਾਵਾ ਨਾ ਕਰਿਓ, ਤੁਸੀਂ ਵੱਡੇ ਠੱਗ ਹੋ, ਤੁਸੀਂ ਵੱਡੇ ਪਾਪੀ ਹੋ। ਔਰ ਇਹ ਕਰਮ ਕਰਨ ਵਾਲਿਆਂ ਨੂੰ ਸ਼ਾਇਦ 4 ਦਿਨ ਮਾਇਆ ਸੁੱਖ ਦੇ ਦੇਵੇ, ਪਰ ਖੁਦਾ ਦੇ ਘਰ ਵਿੱਚ ਇਹ ਬਖਸ਼ੇ ਨਹੀਂ ਜਾਣਗੇ। ਜਿਹੜੇ ਦਇਆਲੂ ਲੋਕ ਨੇ ਨਾ, ਉਹੀ ਵੰਡ ਸਕਦੇ ਨੇ। ਹੁਣ ਮਹਾਰਾਜ ਕਬੀਰ ਜੀ ਕਹਿੰਦੇ ਨੇ, ਜਿੱਥੇ ਗਿਆਨ ਹੋਵੇ ਨਾ ਉੱਥੇ ਦਇਆ ਹੁੰਦੀ ਹੈ, ਉੱਥੇ ਧਰਮ ਹੁੰਦਾ ਹੈ। ਅੱਛਾ, ਤੁਸੀਂ ਦੇਖੋ, ਇਹ ਪਤਾ ਹੀ ਨਹੀਂ ਮਨੁੱਖਾ ਜਾਮਾ ਕਾਹਦੇ ਲਈ ਮਿਲਿਆ ਹੈ, ਕਿਸ ਮਨੋਰਥ ਲਈ ਮਿਲਿਆ ਹੈ। ਇਹ ਗਿਆਨ ਹੀ ਨਹੀਂ।
ਤੇ ਜਦੋਂ ਇਹ ਗਿਆਨ ਨਹੀਂ ਤੇ ਫਿਰ ਬੰਦਾ ਪਾਪ ਕਮਾਉਂਦਾ ਹੈ, ਫਿਰ ਠੱਗੀ ਠੋਰੀ ਮਾਰਦਾ ਹੈ, ਫਿਰ ਦਇਆ ਤੋਂ ਦੂਰ ਹੁੰਦਾ ਹੈ। ਜਿਨ੍ਹਾਂ ਨੂੰ ਗਿਆਨ ਹੈ ਵੀ ਇਹ ਜਾਮਾ ਮਿਲਿਆ ਹੈ ਭਲਾ ਕਰਨ ਦੇ ਲਈ, ਇਹ ਜਾਮਾ ਮਿਲਿਆ ਹੈ ਦਇਆ ਕਰਨ ਦੇ ਲਈ, ਇਹ ਜਾਮਾ ਮਿਲਿਆ ਹੈ ਇਨਸਾਨੀਅਤ ਦਾ ਗੁਣ ਧਾਰਨ ਦੇ ਲਈ, ਖਿਮਾ ਆਦਿਕ ਮਹਾਨ ਗੁਣ ਧਾਰਨ ਦੇ ਲਈ ਇਹ ਜਾਮਾ ਮਿਲਿਆ ਹੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਫਿਰ ਹੀ ਅਸੀਂ ਧਰਮ ਕਮਾਵਾਂਗੇ। ਇਹ ਗਿਆਨ ਹੋਵੇ ਸਰੀਰ ਕਿਉਂ ਧਾਰਿਆ ਹੈ, ਸਮਝ ਆ ਗਈ ਰੱਬ ਦੀ ਪ੍ਰਾਪਤੀ ਲਈ, ਤੇ ਰੱਬ ਪ੍ਰਾਪਤ ਹੁੰਦਾ ਹੈ ਨਿਰਮਲ ਹੋਇਆ। ਤੇ ਨਿਰਮਲ ਕੌਣ ਹੈ? ਜਿਹਦੇ ਵਿੱਚ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਹੰਕਾਰ ਹੈ, ਨਾ ਠੱਗੀ ਹੈ, ਨਾ ਠੋਰੀ ਹੈ, ਨਾ ਮੁਰਦਾਰ ਖਾਂਦਾ ਹੈ, ਹੱਕ ਸੱਚ ਦੀ ਕਿਰਤ ਕਰਨ ਵਾਲਾ, ਰੱਬ ਦੇ ਗੀਤ ਗਾਉਣ ਵਾਲਾ। ਸੋ ਗਿਆਨੀ ਜਿਹੜਾ ਹੈ ਉਹ ਧਰਮ ਕਮਾਉਂਦਾ ਹੈ। ਤੇ ਜਿੱਥੇ ਗਿਆਨ ਨਹੀਂ ਹੈ, ਜਿੱਥੇ ਝੂਠ ਹੈ, ਜਿੱਥੇ ਕੁਫਰ ਹੈ, ਉੱਥੇ ਪਾਪ ਹੁੰਦਾ ਹੈ। ਕਿਉਂਕਿ ਜਿਸ ਹਿਰਦੇ ਅੰਦਰ ਕੁਫਰ ਹੋਵੇ ਉੱਥੇ ਰੱਬ ਟਿਕਦਾ ਨਹੀਂ ਹੈ, ਉੱਥੇ ਧਰਮ ਟਿਕਦਾ ਨਹੀਂ ਹੈ। ਝੂਠਾ ਬੰਦਾ ਕਦੇ ਵੀ ਧਰਮ ਨਹੀਂ ਕਮਾ ਸਕਦਾ, ਉਹ ਪਾਪ ਹੀ ਇਕੱਠਾ ਕਰਦਾ ਹੈ। ਸੋ ਜਿੱਥੇ ਗਿਆਨ ਹੈ ਉੱਥੇ ਧਰਮ ਹੈ, ਜਿੱਥੇ ਝੂਠ ਹੈ ਉੱਥੇ ਪਾਪ ਹੈ। ਹੁਣ ਤੁਸੀਂ ਬਾਣੀ ਨੂੰ ਧਿਆਨ ਨਾਲ ਜਦੋਂ ਪੜ੍ਹੋ, ਇਹ ਜਿਹੜਾ ਝੂਠ ਲਫ਼ਜ਼ ਹੈ ਨਾ, ਇਹ ਮਿਥਿਆ ਨੂੰ ਕਹਿ ਦਿੰਦੇ, ਅਸੱਤਿਆ ਨੂੰ। ਔਰ ਪ੍ਰਮਾਤਮਾ ਸੱਚ ਹੈ, ਉਹਨੂੰ ਇਹ ਝੂਠ ਪਾਉਂਦਾ ਨਹੀਂ ਹੈ। ਵੈਸੇ ਭਗਵਤ ਦੇ ਵਿੱਚ, ਵਿਸ਼ਿਸ਼ਟ ਸੰਹਿਤਾ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ। ਸਨਾਤਨ ਮਤ ਵਾਲੇ ਇਉਂ ਸਮਝਦੇ ਨੇ ਵੀ ਆਪਣੀ ਇਸਤਰੀ ਦੇ ਨਾਲ ਹਾਸਾ ਮਖੌਲ ਕਰਨ ਸਮੇਂ, ਵਿਆਹ ਸਮੇਂ, ਆਪਣੀ ਰੋਜ਼ੀ ਵਾਸਤੇ ਜਾਨ ਜਾਣ ਦੇ ਡਰ ਤੋਂ ਧਨ ਨਾਸ਼ ਹੁੰਦਾ ਵੇਖ ਕੇ ਗਊ ਬ੍ਰਾਹਮਣ ਦੇ ਹਿੱਤ ਲਈ ਜੇ ਝੂਠ ਬੋਲਣਾ ਪੈ ਜਾਵੇ ਤੇ ਪਾਪ ਨਹੀਂ ਹੈ। ਪਰ ਸਿੱਖ ਧਰਮ ਅਲਾਓ ਨਹੀਂ ਕਰਦਾ। ਸਿੱਖ ਜਗਤ ਦਾ ਸਿਧਾਂਤ ਹੈ ਵੀ ਕਿਸੇ ਵੀ ਹਾਲਤ ਵਿੱਚ ਕੁਫਰ ਨਹੀਂ ਤੋਲਣਾ, ਕਿਉਂਕਿ ਖੁਦਾ ਸੱਚ ਹੈ, ਉਹਨੂੰ ਝੂਠ ਕਦੇ ਵੀ ਨਹੀਂ ਪਾਉਂਦਾ। ਬਾਣੀ ਕਹਿੰਦੀ ਹੈ ਝੂਠੈ ਆਵੈ ਹੈ ਠਵਰ ਨਾ ਪਾਵੈ ਹੈ, ਦੂਜੈ ਆਵਾ ਗੌਣ ਭਇਆ। ਆਵਾ ਗੌਣ ਮਿਟੈ ਗੁਰ ਸ਼ਬਦੀ, ਆਪੇ ਪਰਖੈ ਬਖਸ਼ ਲਿਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਝੂਠਾ ਕਦੇ ਵੀ ਦਰਗਾਹ ਵਿੱਚ ਜਗ੍ਹਾ ਨਹੀਂ ਪਾਉਂਦਾ, ਆਵਾਗਮਨ ਵਿੱਚ, ਜੂਨਾਂ ਵਿੱਚ ਪਿਆ ਰਹਿੰਦਾ ਹੈ। ਦੇ ਵਿਲ ਕਮ ਐਂਡ ਗੋ, ਉਹ ਜੂਨਾਂ ਧਾਰਦਾ ਰਹਿੰਦਾ ਹੈ। ਗੁਰੂ ਸਾਹਿਬ ਕਿਰਪਾ ਕਰਨ ਤੇ ਸੱਚ ਦਾ ਧਾਰਨੀ ਹੋਵੇ ਤੇ ਆਵਾਗਮਨ ਮਿਟਦਾ ਹੈ। ਸੋ ਝੂਠ ਬੋਲਣਾ ਪਾਪ ਹੈ। ਪਾਪ ਕਰਮ ਹੈ, ਨੀਚ ਕਰਮ ਹੈ, ਅਸ਼ੁਭ ਕਰਮ ਹੈ, ਅਮੰਗਲ ਬੁਰਾ ਕਰਮ ਹੈ। ਅੱਛਾ, ਪਾਪ ਵੀ ਧਰਮਾਂ ਵਿੱਚ ਵੱਖੋ ਵੱਖ ਪ੍ਰਚਲਿਤ ਨੇ। ਮਹਾਭਾਰਤ ਵਿੱਚ ਕੁਝ ਪਾਪ ਲਿਖੇ ਨੇ, ਕਹਿੰਦੇ ਜੇ ਹਿੰਸਾ ਕਰੇਗਾ ਤੇ ਉਹ ਪਾਪ ਹੈ, ਪਰ ਇਸਤਰੀ ਗਮਨ ਪਾਪ ਹੈ, ਝੂਠ ਬੋਲਣਾ ਪਾਪ ਹੈ, ਕੌੜਾ ਬੋਲਣਾ ਪਾਪ ਹੈ, ਚੁਗਲੀ ਕਰਨੀ ਪਾਪ ਹੈ, ਬੁਰਾ ਚਿਤਵਣਾ, ਬੁਰੀ ਸੋਚ ਵੀ ਪਾਪ ਹੈ, ਬੇਰਹਿਮੀ ਪਾਪ ਹੈ, ਪੁੰਨਦਾਨ ਕਰਕੇ ਫਲ ਦੀ ਕਾਮਨਾ ਕਰਨੀ, ਉਹ ਕਹਿੰਦੇ ਇਹ ਵੀ ਪਾਪ ਹੈ। ਅੱਛਾ, ਜਿਹੜੀ ਮਨੂ ਸਿਮਰਤੀ ਹੈ ਨਾ, ਮਨੂ ਸਿਮਰਤੀ ਦੇ ਵਿੱਚ ਵੀ ਕੁਝ ਪਾਪ ਲਿਖੇ ਨੇ। ਸ਼ਰਾਬ ਪੀਣੀ, ਚੋਰੀ ਕਰਨੀ, ਗੁਰੂ ਦੀ ਇਸਤਰੀ ਭੋਗਣੀ, ਇਹ ਸਾਰੇ ਹੀ ਪਾਪ ਨੇ। ਸਿੱਖ ਜਗਤ ਦੇ ਅੰਦਰ ਕਰਤਾਰ ਤੋਂ, ਪਰਮੇਸ਼ਵਰ ਤੋਂ ਬੇਮੁਖ ਹੋ ਜਾਣਾ ਪਾਪ ਹੈ। ਉਦਮ ਦਾ ਤਿਆਗ ਕਰ ਦੇਣਾ, ਭਾਵ ਇਬਾਦਤ ਨਾ ਕਰਨੀ, ਬੰਦਗੀ ਨਾ ਕਰਨੀ ਪਾਪ ਹੈ। ਧੱਕੋ ਜ਼ੋਰੀ ਕਰਨੀ, ਕਿਸੇ ਨਾਲ ਧੱਕਾ ਕਰਨਾ, ਕਿਸੇ ਦਾ ਹੱਕ ਮਾਰਨਾ, ਇਹ ਪਾਪ ਹੈ। ਇੱਦਾਂ ਸਾਡੇ ਸਿਧਾਂਤ ਦੇ ਅੰਦਰ
ਰਹਿਤਨਾਮਿਆਂ ਵਿੱਚ ਵੀ ਕੁਝ ਪਾਪ ਲਿਖੇ ਨੇ, ਉਹਦੇ ਬਖਸ਼ੇ ਪਰਮੇਸ਼ਵਰ ਦੇ ਕੇਸ ਕਤਲ ਕਰਨੇ, ਮੁੰਡਨ ਕਰਨਾ, ਵਿਭਚਾਰ ਕਰਨਾ, ਤਮਾਕੂ ਦਾ ਸੇਵਨ ਕਰਨਾ, ਕੁੱਠਾ ਖਾਣਾ, ਇਹ ਸਾਰੇ ਪਾਪ ਲਿਖੇ ਹੋਏ ਨੇ। ਇੱਦਾਂ ਹੀ ਜਦੋਂ ਤੁਸੀਂ ਬਾਈਬਲ ਨੂੰ ਪੜ੍ਹਦੇ ਹੋ ਨਾ, ਉੱਥੇ ਵੀ ਵਿਭਚਾਰ, ਈਰਖਾ, ਕ੍ਰੋਧ, ਲੋਭ, ਜੀਭ ਰਸ, ਇਹ ਸਾਰੇ ਪਾਪ ਲਿਖੇ ਹੋਏ ਨੇ। ਸੋ ਕਬੀਰ ਜੀ ਮਹਾਰਾਜ ਕਹਿੰਦੇ ਜਿੱਥੇ ਝੂਠ ਹੈ ਉੱਥੇ ਪਾਪ ਹੈ, ਜਿੱਥੇ ਸੱਚ ਹੈ ਉੱਥੇ ਧਰਮ ਹੈ, ਉੱਥੇ ਪਰਮੇਸ਼ਵਰ ਹੈ। ਸੁਣ ਸੁਣ ਜੀਵੋ ਮਨ ਇਹੋ ਬਿਸਰਾਮ, ਪਾਪ ਖੰਡਨ ਪ੍ਰਭ ਤੇਰੋ ਨਾਮ। ਜੇ ਚਾਹੁੰਦਾ ਹੈ ਪਾਪ ਦਾ ਖੰਡਨ ਹੋਵੇ ਤੇ ਕਹਿੰਦੇ ਪਰਮਾਤਮਾ ਦੇ ਗੀਤ ਗਾਇਆ ਕਰ। ਅੱਗੇ ਮਹਾਰਾਜ ਕਬੀਰ ਜੀ ਕਹਿੰਦੇ ਨੇ, ਜਹਾਂ ਲੋਭ ਤਹ ਕਾਲ ਹੈ, ਜਹਾਂ ਖਿਮਾ ਤਹ ਆਪ। ਲੋਭ ਕੀ ਹੈ? ਲਾਲਚ, ਦੂਸਰੇ ਦਾ ਪਦਾਰਥ ਲੈਣ ਦੀ ਇੱਛਾ, ਹਿਰਸ, ਕਿਸੇ ਸ਼ੈ ਦੇ ਲੈਣ ਦੀ ਇੰਨੀ ਤੀਵਰ ਇੱਛਾ ਆ ਜਾਣੀ, ਇਹ ਸਾਡੇ ਲਈ ਨੁਕਸਾਨਦਾਇਕ ਹੈ ਜਾਂ ਫਾਇਦੇਦਾਇਕ ਹੈ, ਇਹ ਵੀ ਸੋਚ ਮਿਟ ਜਾਣੀ। ਜਿਵੇਂ ਕੁੱਤਾ ਹਲਕ ਜਾਂਦਾ ਨਾ ਲੱਭ ਦੇ ਵਿੱਚ, ਇਉਂ ਬੰਦੇ ਵੀ ਕਈ ਆਪਾਂ ਹਲਕੇ ਵੇਖੇ ਨੇ। ਜਾਇਦਾਦ ਲਈ ਪਿਤਾ ਦਾ ਹੀ ਕਤਲ, ਪਰਿਵਾਰ ਦਾ ਹੀ ਗਲਾ ਘੁੱਟਣ ਲਈ ਤਿਆਰ ਹੁੰਦੇ ਨੇ, ਭਰਾਵਾਂ ਦੇ ਹੀ ਸਿਰ ਮਿੱਧ ਕੇ ਤਖਤ ਮੱਲਦੇ ਨੇ। ਇਹ ਹਲਕਾ ਹੈ ਪਦਾਰਥਾਂ ਦੀ ਪ੍ਰਾਪਤੀ ਦਾ। ਹੁਣ ਕਹਿੰਦੇ ਜਿੱਥੇ ਲੋਭ ਹੈ ਉੱਥੇ ਕਾਲ ਹੈ। ਕਾਲ ਦਾ ਭਾਵ ਸਮਾਂ ਵੀ ਹੈ, ਕਾਲ ਦਾ ਭਾਵ ਆਵਾਗਮਨ ਵੀ ਹੈ, ਜਨਮਾਂ ਵਿੱਚ ਆਉਣਾ ਜਾਣਾ ਵੀ ਹੈ। ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ ਮੂਠੇ ਸਦਾ ਆਵਾਗਮਨ, ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ, ਮਿਟਤ ਜੋਨੀ ਭਵਨ। ਕਹਿੰਦੇ ਜਿਹੜਾ ਲੋਭੀ ਹੈ ਨਾ, ਕਾਮਨਾ ਵਿੱਚ ਰਹਿੰਦਾ ਸਭ ਕੁਝ ਮੇਰੇ ਕੋਲ ਹੀ ਹੋਵੇ, ਠੱਗਿਆ ਰਹਿੰਦਾ ਇਹਨਾਂ ਵਕਾਰਾਂ ਵਿੱਚ, ਕਹਿੰਦੇ ਉਹ ਕਾਲ ਦੇ ਮੂੰਹ ਵਿੱਚ ਹੈ, ਉਹ ਆਵਾਗਮਨ ਵਿੱਚ ਪਿਆ ਰਹਿੰਦਾ। ਕਿਉਂਕਿ ਜਦੋਂ ਮੌਤ ਆਉਂਦੀ ਹੈ ਇੱਛਾ ਰਹਿ ਜਾਂਦੀ ਹੈ, ਲੋਭ ਹੁੰਦਾ ਹੈ ਇਹ ਵੀ ਪ੍ਰਾਪਤ ਕਰਨਾ ਸੀ, ਇਹ ਵੀ ਕਰਨਾ ਸੀ, ਹੁੰਦਾ ਉਲਟ ਹੈ। ਨਰ ਚਾਹਤ ਕਛ ਔਰ, ਔਰੇ ਕੀ ਔਰੇ ਪਈ। ਉਹ ਇੱਛਾਵਾਂ ਰਹਿ ਗਈਆਂ, ਲੋਭ ਦੀ ਪੂਰਤੀ ਨਾ ਹੋਈ। ਮਹਾਰਾਜ ਕਹਿੰਦੇ ਸਦਾ ਆਵਾਗਮਨ, ਉਹ ਫਿਰ ਜਨਮ ਮਿਲ ਜਾਂਦਾ ਸੰਸਾਰ ਕਮਾਉਣ ਲਈ, ਫਿਰ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ, ਮਰਦਾ ਹੈ ਫਿਰ ਜਨਮ ਮਿਲ ਜਾਂਦਾ ਹੈ, ਇਉਂ ਵੱਖ ਵੱਖ ਜੂਨਾਂ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਪਰਮਾਤਮਾ ਦੇ ਪ੍ਰੇਮ ਵਿੱਚ ਲੀਨ ਹੋ ਜਾ, ਫਿਰ ਹੀ ਮਿਟਤ ਜੋਨੀ ਭਵਨ, ਫਿਰ ਹੀ ਆਵਾਗਮਨ ਮਿਟਦਾ ਹੈ। ਸੋ ਕਬੀਰ ਜੀ ਮਹਾਰਾਜ ਕਹਿੰਦੇ ਜਿੱਥੇ ਲੋਭ ਹੈ ਉੱਥੇ ਕਾਲ ਹੈ, ਉੱਥੇ ਮੌਤ ਹੈ, ਉੱਥੇ ਆਵਾਗਮਨ ਹੈ। ਹੁਣ ਜਹਾਂ ਖਿਮਾ ਤਹ ਆਪ, ਤੇ ਜਿੱਥੇ ਖਿਮਾ ਦਾ ਸੁਭਾਅ ਹੈ, ਬਖਸ਼ਿੰਦ ਸੁਭਾਅ ਹੈ, ਉੱਥੇ ਪਰਮਾਤਮਾ ਵਾਸ ਕਰਦਾ ਹੈ, ਉੱਥੇ ਪਰਮਾਤਮਾ ਦਾ ਵਾਸਾ ਹੁੰਦਾ ਹੈ। ਇੱਥੇ ਜਿਹੜੇ ਲਫ਼ਜ਼ ਵਰਤੇ ਨੇ ਨਾ ਮਹਾਰਾਜ ਕਬੀਰ ਜੀ ਨੇ, ਖਿਮਾ, ਕਸ਼ਮਾ, ਸ਼ਿਮਾ ਦਾ ਮਤਲਬ ਹੈ ਬਖਸ਼ਿਸ਼, ਬਰਦਾਸ਼ਤ ਕਰ ਲੈਣਾ, ਮੁਆਫੀ ਦੇ ਦੇਣੀ। ਕਹਿੰਦੇ ਜਿਹੜਾ ਖਿਮਾ ਦਾ ਧਾਰਨੀ ਹੈ ਨਾ, ਜਿਹੜਾ ਮੁਆਫ ਕਰਨ ਵਾਲਾ ਸੁਭਾਅ ਬਣਾ ਲੈਂਦਾ ਹੈ, ਦਿਆਲੂ ਸੁਭਾਅ ਬਣਾ ਲੈਂਦਾ ਹੈ, ਸਮਝ ਲਓ ਉਹ ਰੱਬ ਦਾ ਰੂਪ ਹੈ, ਪਰਮਾਤਮਾ ਉਹਦੇ ਅੰਦਰ ਪ੍ਰਗਟ ਹੈ। ਖਿਮਾ ਗਹੀ ਬ੍ਰਤਸ਼ੀਲ ਸੰਤੋਖੰ, ਰੋਗ ਨਾ ਵਿਆਪੈ ਨਾ ਜਮ ਦੋਖੰ। ਕਹਿੰਦੇ ਜਿਹਦੇ ਅੰਦਰ ਖਿਮਾ ਹੈ ਉਹਨੂੰ ਵਿਕਾਰਾਂ ਰੂਪੀ ਰੋਗ ਛੂਹ ਨਹੀਂ ਸਕਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇੜੇ ਨਹੀਂ ਆਉਂਦੇ। ਨਾ ਜਮ ਦੋਖੰ, ਨਾ ਉਹ ਜਮਾਂ ਦੀ ਮਾਰ ਸਹਾਰਦਾ ਹੈ, ਨਾ ਉਹ ਜੂਨਾਂ ਵਿਚਲਾ ਕਸ਼ਟ ਸਹਾਰਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਡਿਜ਼ੀਜ਼ does not afflict him, ਉਹਨੂੰ ਰੋਗ ਸੋਗ ਤੰਗ ਨਹੀਂ ਕਰ ਸਕਦੇ। nor does the pain of death, ਨਾ ਹੀ ਉਹਨਾਂ ਨੂੰ ਕੋਈ ਮੌਤ ਦੀ ਪੀੜਾ, ਕੋਈ ਮੌਤ ਦਾ ਭੈ, ਕੋਈ ਮੌਤ ਦਾ ਡਰ ਹੈ। ਸੋ ਬਾਣੀ ਇਹ ਗੱਲ ਸਮਝਾਉਂਦੀ ਹੈ, ਮੁਕਤ ਭਏ
प्रभ रूप ना रेखं, वो मुक्त हो गए। जिस दी रूप रेखा ही कोई नहीं है, उस परमेश्वर विच अभेद हो गए। जिथे खिमा है, खिमा वाला मुक्त हुंदा है। जिथे झूठ है कहंदे जी उथे पाप है, लोभ है उथे काल होवेगा, जिथे ज्ञान है उथे धर्म होवेगा, उथे सोझी होवेगी। जीवन नूं किवें सफलियां करना है परमात्मा दी प्राप्ति करके। अगले श्लोक विच कबीर जी महाराज हुक्म करते ने, कबीर माया तजी तां क्या पया, जो मान तजया नहीं जाए। कबीर जी महाराज कहते ने, माया दा त्याग ते कर दिता, पर मैं दा त्याग ना कीता, हंकार ना छड्डिया। माया की है? भरम भुलेवा। अनक माया जाकी लखी ना जाए, ये जो रचना है। माया की है? माता, आप पिता आप माया। माया की है? धन दौलत काहे गर्भस मूड़े माया, पैसा। माया की है? संसार दा मोह। जिवें गुरु अमरदास कहते ने ना, यह माया जित हर विसरै, मोह उपजै भाओ दूजा लाया। परमात्मा ते तेरे विचाले कोई भी कंध है ना, पैसा है, तख्त है, ताज है, परिवार है, ये सब माया है। कई माया त्याग दिंदे ने, माता पिता नूं छड्ड दिंदे ने, गृहस्थ छड्डता, घर वाली बच्चे छड्ड दिते, घर भी छड्ड दिता, परमात्मा की प्राप्ति लई निकल तुरे ने। हुण कबीर जी कहंदे ने, तज ते दिता है तुसीं माया नूं, त्याग दिता है, छड्ड दिता है, मान नहीं छड्डिया, गरूर नहीं छड्डिया, अभिमान नहीं छड्डिया। एडी पंड हंकार दी चुकी फिरदा है। जिथे कोई गृहस्थी मिल जे ना, उत्थे तर्क साधदा है, लै तुसीं लोक ते मोह माया च फसे हो, त्यागी ते असल मैं आ। मैं परिवार छड्ड दिता, मैं घर छड्ड दिता, मैं पैसा छड्ड दिता, तख्त नूं ठोकर मार दिती। ठीक है भाई, तू माया का त्याग कर दिता है, पर जेड़ा कहना ना मैं छड्ड दिता, असल ये मैं छड्डी हुंदी ते हुण नूं तू विच परमात्मा विच भेद हो जांदा। हंकार दा किणका, जितने चाहे तेरे कोल शुभ गुण ने, तेरा बेड़ा भरिया है गुणा नाल, जीवन दे बेड़े नूं ये हंकार दा जिहड़ा किणका है, छेक है, डबो दिंदा है। कहंदे मान मोह मेर तेर बिवर्जत, एहो मार्ग खंडे धार, कहो नानक तिन भवजल तरियले, प्रभ किरपा संत संगार। कहंदे मान छड्डना, मेर तेर छड्डनी इउं है जिवें खंडे दी धार ते तुरना है। ये मैं बड़ी जल्दी साडे विच आउंदी है। थोड़ा रंचक मात्र भी कोई कर्म साध लईए ना, तो आने मैं कीता है, मैं करन वाला, मेरे वर्गा दूजा कोई नहीं। कहंदे मैं छड्डनी बड़ी औखी, जिन्ना चिर मैं है तू नहीं मिलेगा, वो नहीं मिलेगा, परमात्मा नहीं मिलेगा। जेड़े मन दे भांडे च हंकार है, उत्थे परमेश्वर नहीं टिकता। ये तो तू दी रट लाउणी पैंदी है। महाराज कहंदे ने, भवजल उही तरेगा जिहड़ा साधुआं दी संगत विच मैं मिटा देवेगा। पर इत्थे बहुते मान ही चुकी फिरदे ने, मैं घर छड्डिया, मैं माया छड्डी, मैं परिवार छड्डिया, मैं विकार छड्डे। कहंदे पर मैं छड्डी ना गई तेथों, फिर ये सारा कुछ त्यागया, किसे काम ना आया। कबीर जी कहंदे मैं कुछ भी नहीं छड्डिया, ना गृहस्थी छड्डिया, रहिंदा भी घर विच आ, पर मैं छड्ड दित्ती है, हंकार छड्ड दिता है जो डबाउण वाला है। कहंदे जिहड़ा मैं दे नशे विच, ताकत दे नशे च चूर है ना, वो तो अपने कोलों ही इंसानियत दे महान गुण, निर्माई, निर्माणता, दया कोलों ही बड़ा दूर है। रब दे नेड़े ते वो जा ही नहीं सकता। वो एक शायर कहंदा कहंदा, खुदा तो एक तरफ, खुद से भी कोसों दूर होता है, बशर जिस वक्त ताकत के नशे में चूर होता है। कहते जदों तेनों मैं दा ताकत दा नशा है ना,
तू तो अपने कोलों ही दूर है, रब दे नेड़े तू की आना है। सो मान ने महाराज कबीर जी कहते वड्डे वड्डियां दे जीवन नूं खत्म कर दिता। आखण लगे मान मुनि मुनिवर गले, मान सबै को खाए। वड्डे वड्डे ऋषि मुनि हंकार दे विच गल गए। मुन कहंदे ने जिसने अपने मन नूं काबू च कर लिया, जिहदा मन दुखां विच व्याकुल नहीं हुंदा। मुन जन दा मतलब है महापुरुष, आदमी, परमेश्वर दा सेवक। मुनिवर मुनियां चों श्रेष्ठ मुनि, महापुरुषां चों वड्डे ब्रह्मवेते महात्मा। गले दा भाव है सड़ना, गलना जां निगले जाना। कबीर जी कहंदे मान रूपी औगण ने बड़े बड़े मुनि जन निगल लए। उन्हां दे महान गुण सत संतोख दया धर्म निगल लए। बड़े बड़े अहंकारिया नानक गर्भ गले। हंकार ने उन्हां नूं गाल के सुट दिता, मिटा के रख दिता। बड़ा मान करते सी त्याग दा, असीं त्याग कीता है। कहंदे इस मान ने किसी का लिहाज नहीं किया। वड्डियां वड्डियां दा खुरा खोज मिटा दिता। जीवन अध्यात्मक पक्षों उन्हां दा खत्म करके सुट दिता। सो हंकार जिहड़ा है बड़ियां नूं खा रहा है, बड़ियां नूं खा चुकिया है ते बड़ियां नूं खावेगा। कहंदे अनक तपस्या करे अहंकार, नरक सुरग फिर अवतार। कईयां नूं तपस्या दा हंकार हो जाता, मैं घर छड्ड के जंगली बह गया, बड़ी तपस्या की। कहंदे तपस्या वालियां नूं भी हंकार ने पकड़ लिया। हुण होवेगा कि नरक सुरग फिर अवतार। नरकां सुरगां विच आउंदे जांदे ही रहणगे, जूनां विच आउंदे जांदे ही रहणगे। दे शैल बी रीइनकारनेटेड इनटू हैवन एंड हैल। कदे नरक कदे स्वर्ग, कदे पाप कदे पुण्य। कर कृपा जिसका हृदय गरीबी बसावै, नानक इहा मुक्त आगै सुख पावै। जिहदे अंदर निर्माणता है, कहंदे वो इत्थे भी मुक्त है ते परलोक विच भी उहदा अदब है, सत्कार है। सो हंकार तो बचो। बचना मुश्किल है, गुरु साहिब अगे बेनती करो, वो कृपा करके रखण। अगे महाराज श्लोक विच कबीर जी कहंदे ने, कबीर साचा सतगुर मैं मिलिया, शब्द जो बाह्या एक। कबीर जी इत्थे लफ्ज़ वरतदे ने साचा, भाव जो सत्य है, झूठ दा त्यागी है, नित्य रहन वाला है। सतगुर जो सत्य है गुरु, जो श्रेष्ठ है गुरु, जो तिन्ना समयां विच मौजूद है गुरु, जिहदा मन दे उत्ते काबू है, बचनां दे उत्ते काबू है, इंद्रियां दे उत्ते काबू है, जो सत्य बचन बोलदा है। जिन्हां चों सिरमौर ने सब ते वड्डा सतगुरु नानक, जिन कल राखी मेरी। वड्डियों वड्डे गुरु नानक साहिब पातशाह, खुदा दे रूप आप नारायण कलाधार जग में परवरियो, खुद खुदा गुरु नानक साहिब। खैर हुण कबीर जी दे गुरु कौन सन? रामानंद जी महाराज। कबीर जी कहते ने मैनू गुरु मिलिया। उस गुरु ने ना बाह्या तो भाव है मारिया। की मारिया? कहते शब्द दा तीर, सिक्ख्या दा तीर मारिया। गुफ्तगू कीती मेरे नाल, सिक्ख्या दिती मैनू, आवाज़ दिती मैनू, उपदेश दिता मैनू। हुण ये जिहड़ा उपदेश है, गुरु ना दवे ते मुक्ति नहीं मिलती। अनेक जूनी भरम आवै, बिन सतगुर मुक्त ना पाए। फिर मुक्त पाए लाग चरणी, सतगुर शब्द सुनाए। कहते जिन्ना चिर गुरु उपदेश ना दवे मुक्ति नहीं मिलती, निजात नहीं मिलती, रोग सोग नहीं मिटते, 84 का गेड़ नहीं मिटता, नरकां सुरगां विच आवागमन नहीं मिटाया जा सकता। कहते बिन शब्द सब जग बहुराना, बिरथा जन्म गवाया, शब्दे ही नाओ उपजै, शब्दे मेल मिलाया। गुरु दे उपदेश रूपी तीर लगे तो बिना कहते दुनिया बौरी हुई फिरदी है।
शब्द तो ही परमात्मा का नाम अंदर प्रगट हुंदा है, तो शब्द का अभ्यास करने वाला ही परमात्मा ताईं पहुँचता है। कबीर जी कहते शब्द का तीर गुरु ने छड्ड दिता, खिच के मारिया है। उहदे बाद की हुंदा है, कहते ने लागत ही पोए मिल गया, परिया कलेजे शेक। शब्द का तीर चलदियां ही मैं गुरु के चरणों में डिग पिया, मेरा अहंकार डिग पिया, भाव मिट्टी विच मिल गया। हुण इत्थे लफ्ज़ वरत्या है लागत। जदों तीर लग्या ना शब्द का, भोए का मतलब है पृथ्वी, जमीन, निर्माणता, ते भोए का मालक कौन है? भूमा, परमेश्वर। कहते परमात्मा के चरणों में मैं डिग पिया, तो मेरा जिहड़ा कलेजा सी ना, वैसे तो लीवर नूं कहंदे ने, जिगर नूं कहंदे ने, आपां कवियां दे तौर ते ये लफ्ज़ छाती लई भी वरत लैने आ, मन लई भी वरत लैने आ। इत्थे भाव है कलेजे तो हंकार, परशियन विच जिगर कह दिंदे ने। हुण कबीर जी कहंदे ने हंकार रूपी कलेजा शब्द दे तीर नाल विन्निया गया, ते मैं परमेश्वर दे भूए दे मालक दे भूमे दे चरनां विच डिग पिया, भाव परमात्मा दा रूप हो गया मैं। तावत जोन जन्म भ्रम थाके, अब दुख कर हम हारियो रे, कह कबीर गुर मिलत महारस, प्रेम भगत निस्तारियो रे। कहंदे आवागमन विच थक गया सां, जूना विच भरमदा थक गया सां, दुखां विच मैं गिर गया सां। गुरु मिले ने, उपदेश हासिल किया, भगती कीती, निस्तारियो रे, गुरु ने तार दिता है, रोगां सोगां तो उपराम कर दिता है। 84 लाख जिहड़ा ये गेड़ सी ना, ये भी मेरा मिटा दिता है। सो पूरे गुरु ही मुक्ति दाते ने, गुरु नानक साहिब मुक्ति बख्शण वाले ने। हुण अगे महाराज कबीर जी कहंदे ने, कबीर साचा सतगुर क्या करै, जो सिखा मह चूक। हुण कुतर्क करने वाले भी बड़े ने, अच्छा जी पूरा गुरु तार दिंदा है, गुरु नानक साहिब तार दिंदे ने, गुरु हरकृष्ण गुरु ग्रंथ साहिब महाराज मुक्ति दिंदे ने। हुण महाराज दे दर ते बड़े लोग आउंदे ने, इन्हां सारियां दे ते रोग सोग मिटे नहीं, इन्हां नूं ते हजे मुक्ति मिले नहीं। ते कबीर जी कहंदे इहदे विच गुरु दा कसूर नहीं है, ऊणता ही तेरे विच है। हुण सच्चा सतगुरु की कर सकदा है, वो तो उपदेश देवेगा ना। हुण जे तू उपदेश कमावें ही ना, इत्थे है सिखा, सिख दा बहु वचन है, सिखियक, जो अपने मुरशद के अनुसार चले। तो जे तुसी आखो भी आ सिख नहीं हजे मुक्त होया, ऐदे रोग सोग दुख नहीं मिटे, गुरु फिर सच्चा किवें होया, सतगुरु किवें होया, पूरा किवें होया? कबीर जी कहंदे गुरु विच कोई कसूर नहीं है, गुरु पूरा ही है। सिखां दे विच चूक है, उकाई है, खता है, भुल है। हुण सिख गुरु का उपदेश धारदे ही नहीं। एक उदाहरण दिती, दृष्टांत दिता उस महापुरुष ने, अंधे एक ना लागई, ज्यों बास बजाइए फूक। हुण देखो, जो मनुख अहंकार विच अन्ना है, वो गुरु दी सिक्ख्या ते नहीं चल सकेगा, गुरु दी सिक्ख्या ग्रहण नहीं कर सकेगा। वो तो इदां है, गुरुद्वारे ते आउंदा है, गुरु दा उपदेश सुनदा है, एक कन सुनिया दूजे चों कढ दिंदा है, जीवन नहीं ढालदा शब्द अनुसार। ये तो वो गल होई, कबीर जी कहंदे जिवें वांस च एक बन्ने फूक मारीए ते दूजे बन्ने निकल जाती है ना। हुण इहदे विच कहंदे गुरु दा की कसूर है, जिवें वांस चों फूक लंघ जाती है, इसे तरह ही ਇਹਦੇ ਹਿਰਦੇ ਵਿੱਚ उपदेश टिकदा नहीं है, दूजे बन्नेों लंघ जाता है, शब्द टिकदा नहीं है।
ਤੇ ਹੁਣ ਜਿਹੜਾ ਵਾਂਸ ਹੈ ਨਾ, ਵਾਂਸ ਨੂੰ ਹੰਕਾਰ ਬੜਾ ਹੁੰਦਾ ਵੀ ਮੈਂ ਬੜਾ ਉੱਚਾ ਲੰਮਾ ਹੈ, ਉਹ ਝੁਕਦਾ ਨਹੀਂ ਹੈ। ਨਾ ਝੁਕਣ ਕਾਰਨ, ਅਹੰਕਾਰ ਵਿੱਚ ਚੂਰ ਹੋਣ ਕਾਰਨ ਇਹ ਪੂਰਾ ਸਿੱਖ ਸਾਜੀ ਨਾ ਸਕਿਆ। ਇਹ ਗਿਆਨ ਦੇ ਨੇਤਰਾਂ ਵੱਲੋਂ ਅੰਨਾ ਹੀ ਰਿਹਾ, ਇਹ ਹੰਕਾਰ ਦੇ ਵਿੱਚ ਵਾਂਸ ਵਾਂਗੂ ਖਲੋਤਾ ਹੀ ਰਿਹਾ। ਤੇ ਵੇਖੋ ਕੀਮਤ ਨੀਵੇਂ ਦੀ ਹੁੰਦੀ ਹੈ, ਉੱਚੇ ਦੀ ਨਹੀਂ। ਕਬੀਰ ਜੀ ਨੇ ਇੱਕ ਜਗ੍ਹਾ ਕਿਹਾ ਸੀ, ਕਬੀਰ ਬਾਂਸ ਵਡਾਈ ਬੂਢੇ ਆਇਓ ਮਤ ਡੂਬਾ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਚੰਦਨ ਦਾ ਇੱਕ ਸੁਭਾਅ ਹੈ, ਨਿਰਮਾਣਤਾ 'ਚ ਰਹਿੰਦਾ, ਨੀਵਾਂ ਹੈ, ਛੋਟੀ ਜੀ ਉਹਦੀ ਹਾਈਟ ਹੈ। ਉਹਦੇ ਇਰਦ ਗਿਰਦ ਜਿੰਨੇ ਵੀ ਰੁੱਖ ਨੇ ਨਾ, ਜਿਹੜੇ ਉਹਦੀ ਸੰਗਤ ਪ੍ਰਵਾਨ ਕਰਨ, ਨੀਵੇਂ ਹੋ ਜਾਣ, ਉਹ ਚੰਦਨੀ ਹੋ ਜਾਂਦੇ ਨੇ। ਜਦੋਂ ਹਵਾ ਆਉਂਦੀ ਹੈ, ਖੁਸ਼ਬੋਈ ਉਹਦੀ ਫੈਲਦੀ ਹੈ, ਉਹ ਜਿਸ ਰੁੱਖ ਨੂੰ ਖੁਸ਼ਬੋਈ ਛੂੰਹਦੀ ਹੈ, ਲੰਬੇਰੇ ਸਮੇਂ ਤੋਂ ਬਾਅਦ ਚੰਦਨ ਦੀ ਖੁਸ਼ਬੋਈ ਨਾਲ ਉਹ ਚੰਦਨ ਹੋ ਜਾਂਦਾ ਹੈ। ਵਾਂਸ ਇੱਕੋ ਇੱਕ ਐਸਾ ਰੁੱਖ ਹੈ ਜੋ ਚੰਦਨ ਦੀ ਸੰਗਤ ਵਿੱਚ ਵੀ ਉੱਗਿਆ ਹੋਵੇ ਤੇ ਚੰਦਨ ਨਹੀਂ ਬਣਦਾ। ਹੰਕਾਰ ਬੜਾ ਹੈ ਉੱਚੇ ਲੰਮੇ ਹੋਣ ਦਾ। ਇੱਦਾਂ ਹੀ ਮਨਮੁਖ ਹੁੰਦੇ ਨੇ। ਅੱਛਾ, ਚੁੰਚ ਗਿਆਨੀ ਤੇ ਬਣ ਜਾਂਦੇ ਨੇ ਗੁਰੂ ਦੇ ਘਰ ਆ ਕੇ। ਦੋ ਚਾਰ ਗੱਲਾਂ ਕਥਾਵਾਚਕਾਂ ਤੋਂ ਸੁਣੀਆਂ, ਗੁਰੂ ਕੇ ਵਜ਼ੀਰ ਕੋਲੋਂ ਸੁਣੀਆਂ, ਸਿਰ ਡਾਉਣਾ ਤੇ ਸਿੱਖ ਗਏ, ਜੀਵਨ 'ਚ ਨਹੀਂ ਧਾਰਿਆ ਬਾਣੀ ਨੂੰ, ਜੀਵਨ ਵਿੱਚ ਨਹੀਂ ਢਾਲਿਆ, ਨਾ ਅੰਮ੍ਰਿਤ ਵੇਲਾ, ਨਾ ਬਾਣੀ, ਨਾ ਬਾਣਾ, ਨਾ ਕੋਈ ਸਿਧਾਂਤ ਧਾਰਿਆ ਹੈ। ਵਾਂਸ ਵਰਗੇ ਨੇ, ਗੁਰੂ ਘਰ ਨਿਰਮਾਣਤਾ ਨਹੀਂ ਰੱਖੀ, ਆਏ ਜ਼ਰੂਰ ਨੇ। ਚੰਦਨ ਨੀਵਾਂ ਹੁੰਦਾ ਹੈ ਤਾਂ ਹੀ ਅਮੁੱਲਾ ਹੈ, ਗੁਰਮੁਖ ਨੀਵੇਂ ਹੁੰਦੇ ਨੇ ਤਾਂ ਹੀ ਗੁਣਾਂ ਦੇ ਧਾਰਨੀ ਹੁੰਦੇ ਨੇ। ਕਹਿੰਦੇ ਸਤਿਗੁਰ ਪਿਆਰਾ ਨਾ ਲੱਗਈ, ਮਨ ਹਠ ਆਵੈ ਜਾਏ, ਜੇ ਇੱਕ ਵਿਖ ਅਗਾਹਾ ਭਰੇ, ਤਾਂ 10 ਵਿਖਾਂ ਪਿਛਾਹਾ ਜਾਏ। ਕਹਿੰਦੇ ਬੱਧੋ ਰੁੱਦੀ ਦੇ ਗੁਰੂ ਘਰ ਆਉਂਦੇ ਨੇ, ਕੋਈ ਲੰਗਰ ਛਕਣ ਆ ਜਾਂਦਾ ਹੈ, ਕੋਈ ਸਰੋਪੇ ਲੈਣ ਆ ਜਾਂਦਾ ਹੈ, ਕੋਈ ਮਾਣ ਵਡਿਆਈ ਲੈਣ ਆ ਜਾਂਦਾ ਹੈ। ਭਾਵਨਾ ਨਹੀਂ ਹੈ, ਨਿਰਮਾਣਤਾ ਨਹੀਂ ਹੈ। ਪ੍ਰਧਾਨਗੀ ਕਰਨ ਆ ਜਾਂਦਾ ਹੈ, ਕੋਈ ਦਬਕੇ ਮਾਰਨ ਆ ਜਾਂਦਾ ਹੈ ਗੁਰੂ ਕੇ ਵਜ਼ੀਰਾਂ ਨੂੰ, ਕੋਈ ਭਾਂਡੇ ਚੁੱਕਣ ਆ ਜਾਂਦਾ ਹੈ। ਜਿਹੜੇ ਨਿਰਮਾਣ ਨੇ ਗੁਰੂ ਕੇ ਸਿੱਖ, ਜੋ ਕੇਵਲ ਗੁਰੂ ਦੀ ਪ੍ਰਾਪਤੀ ਲਈ ਆਉਂਦੇ ਨੇ, ਉਹ ਮੁਕਤ ਨੇ। ਜੋ ਦਵੈਸ਼ ਲਈ ਆਉਂਦੇ ਨੇ, ਜਿਨ੍ਹਾਂ ਨੂੰ ਗੁਰੂ ਪਿਆਰਾ ਨਹੀਂ ਲੱਗਦਾ, ਜੋ ਮਨਹਠ ਕਰਮੀ ਕਰਦੇ ਨੇ, ਗੁਰੂ ਦੀ ਮੱਤ 'ਤੇ ਨਹੀਂ ਚੱਲਦੇ, ਮਨ ਦੀ ਮੱਤ 'ਤੇ ਹੀ ਚੱਲਦੇ ਨੇ। ਇਉਂ ਸਮਝ ਲਓ ਇੱਕ ਕਦਮ ਅੱਗੇ ਰੱਖਦੇ ਨੇ 10 ਪਿੱਛੇ। ਭਾਵ ਇੱਕ ਕਰਮ ਬਾਣੀ ਸੁਣ ਕੇ ਚੰਗਾ ਕਰ ਲੈਂਦੇ ਨੇ, 10 ਫਿਰ ਮੰਦੇ ਕਰਦੇ ਨੇ। ਐਸੇ ਜਿਹੜੇ ਲੋਕ ਨੇ ਸਤਿਗੁਰ ਕੀ ਸ਼ਰਨ ਵਿੱਚ ਨਹੀਂ ਆਏ। ਸ਼ਰਨ ਉਹਨਾਂ ਨੇ ਆਪਣੇ ਮਨ ਦੀ ਵਿੱਚ ਹੀ ਰਹਿਣਾ ਕੀਤਾ, ਮਨਮਤ ਵਿੱਚ ਹੀ ਲੱਗੇ ਰਹੇ। ਕਹਿੰਦੇ ਇਹਨਾਂ ਨੂੰ ਕੁਝ ਨਹੀਂ ਮਿਲੇਗਾ, ਇਹ ਵਾਂਸ ਨੇ, ਇਹ ਚੰਦਨ ਦੀ ਤਰ੍ਹਾਂ ਅਮੁੱਲੇ ਨਹੀਂ ਹੋ ਸਕਦੇ। ਮਹਾਰਾਜ ਕਹਿੰਦੇ ਨੇ ਸਤਿਗੁਰ ਕੀ ਸੇਵਾ ਚਾਕਰੀ, ਜੇ ਚੱਲ ਹੈ ਸਤਿਗੁਰ ਭਾਏ, ਆਪ ਗਵਾਏ ਸਤਿਗੁਰੂ ਨੋ ਮਿਲੇ, ਸਹਜੇ ਰਹਿ ਸਮਾਏ। ਜੇ ਗੁਰੂ ਘਰ ਆਉਣਾ ਹੈ, ਚਾਕਰ ਬਣ ਕੇ ਆ, ਨੌਕਰ ਬਣ ਕੇ ਆ, ਨਿਰਮਾਣਤਾ ਵਿੱਚ ਆ ਤੇ ਸਤਿਗੁਰ ਦੇ ਹੁਕਮ ਵਿੱਚ ਚੱਲ। ਆਪਾ ਗਵਾ ਦੇ, ਆਪਾ ਛੱਡ ਦੇ, ਮੈਂ ਛੱਡ ਦੇ, ਫਿਰ ਕੀ ਹੋਵੇਗਾ? ਸਹਜੇ ਰਹਿ ਸਮਾਏ, ਤੂੰ ਪਰਮੇਸ਼ਵਰ ਵਿੱਚ, ਗਿਆਨ ਵਿੱਚ ਅਭੇਦ ਹੋ ਜਾਵੇਂਗਾ। ਸੋ ਇੱਥੇ ਕਮੀ ਵਾਂਸ ਵਿੱਚ ਹੈ, ਚੰਦਨ ਵਿੱਚ ਨਹੀਂ। ਇੱਥੇ ਕਮੀ ਅਸਿੱਖਾਂ ਵਿੱਚ ਹੈ, ਸਾਖਤਾਂ ਵਿੱਚ ਹੈ, ਮਨਮੁਖਾਂ ਵਿੱਚ ਹੈ। ਜਿਹੜੇ ਆ ਤੇ ਗਏ ਗੁਰੂ ਘਰ ਲੰਗਰ ਪਾਣੀ ਛਕਣ, ਪਰ ਸਿੱਖਿਆ ਨਹੀਂ ਧਾਰੀ, ਗੁਰੂ ਦੇ ਬਖਸ਼ੇ ਸਿਧਾਂਤ 'ਤੇ ਨਹੀਂ ਚੱਲੇ, ਉਹ ਮੁਕਤੀ ਨਹੀਂ ਪਾ ਸਕਦੇ। ਸੋ ਜੇ ਤੂੰ ਡੁੱਬਿਆ ਹੈ ਤੇ ਆਪਣੇ ਵਿਕਾਰਾਂ ਕਰਕੇ ਡੁੱਬ ਰਿਹਾ ਹੈ। ਗੁਰੂ ਵਿੱਚ ਕੋਈ ਅਧੂਰਾਪਨ ਨਹੀਂ ਹੈ, ਗੁਰੂ ਪੂਰਾ ਹੈ। ਜਿਹੜੇ ਗੁਰੂ ਅੱਗੇ ਝੁਕ ਜਾਂਦੇ ਨੇ ਉਹ ਨਜ਼ਾਤ ਪਾਉਂਦੇ ਨੇ, ਰੋਗਾਂ ਸੋਗਾਂ ਤੋਂ ਮੁਕਤ ਹੋ ਜਾਂਦੇ ਨੇ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।